सालाही सालाह एती सुरत न पाईया। नदियां अतैवा पवे समुंद न जानिए। समुंद शाह सुल्तान गिरहा सेती माल धन। कीड़ी तुल ना होवनी जे तिस मनो न विसरे। कीड़ी तुल ना होवनी जे तिस मनो न विसरे। जुगो जुग अटल धन धन सतगुरु श्री गुरु ग्रंथ साहिब महाराज सच्चे पातशाह जी का ओट आसरा रख के ਅਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪ੍ਰਥਮ ਪਾਵਨ ਬਾਣੀ ਜਪਜੀ ਸਾਹਿਬ ਦੇ ਨਾਲ ਅਸੀਂ ਆਪਣੀ ਰੋਜ਼ਾਨਾ ਵਿਚਾਰ ਕਰਦੇ ਆਂ, ਵਿਚਾਰ ਨਾਲ ਜੁੜਦੇ ਆਂ। ਅੱਜ ਜਪਜੀ ਸਾਹਿਬ ਦੀ ਵਿਚਾਰ ਵਾਸਤੇ ਸਾਡੇ ਕੋਲ ਗੁਰੂ ਨਾਨਕ ਸਾਹਿਬ ਦੀ ਇਸ ਪਿਆਰੀ ਪਾਵਨ ਬਾਣੀ ਦਾ 23 ਨੰਬਰ ਪਾਠ ਮੌਜੂਦ ਹੈ। ਭਾਵ ਕਿ 23 ਨੰਬਰ ਪੌੜੀ ਹੈ, ਜਿਹਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਸਾਡੀ ਝੋਲੀ ਦੇ ਵਿੱਚ ਮੋਤੀ ਰਤਨ ਪਾਏ ਨੇ, ਉਹਨਾਂ ਦੇ ਨਾਲ ਅਸੀਂ ਆਪਣੀ ਸਾਂਝ ਪਾਉਣੀ ਹੈ ਤੇ ਗੁਰੂ ਸਾਹਿਬ ਦੇ ਪਾਸੋਂ ਅਸੀਂ ਜੀਵਨ ਜਾਂਚ ਦਾ ਅਣਮੁੱਲਾ ਰਸਤਾ ਵੀ ਸਿੱਖਣਾ ਹੈ। ਆਓ ਦਸ਼ਮੇਸ਼ ਪਾਤਸ਼ਾਹ ਜੀ ਦੀ ਪਾਵਨ ਗੁਰੂ ਫਤਿਹ ਨਾਲ ਸਾਂਝ ਪਾਈਏ। ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਇਸ ਸੰਸਾਰ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਬੜੇ ਪਿਆਰ ਨਾਲ ਤਿਆਰ ਕੀਤਾ ਹੈ ਤੇ ਪਰਮਾਤਮਾ ਨੇ ਆਪਣੀ ਸਾਰੀ ਖੂਬਸੂਰਤੀ ਇਸੇ ਹੀ ਸੰਸਾਰ ਦੇ ਵਿੱਚ ਪਾ ਦਿੱਤੀ ਹੈ। ਉਸ ਸੱਚੀ ਕਾਇਨਾਤ ਦੇ ਸੱਚੇ ਰਹਿਬਰ, ਉਸ ਮਾਲਕ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਪਾਵਨ ਚਰਨਾਂ ਦੇ ਵਿੱਚ ਅਸੀਂ ਬਾਰ-ਬਾਰ ਕੋਟਾਨ ਕੋਟ ਨਮਸਕਾਰਾਂ ਕਰਦੇ ਹਾਂ, ਕਿਉਂਕਿ ਸਾਡਾ ਅਸਲ ਉਹੀ ਹੈ, ਸਾਡਾ ਅਸਲ ਉਹੀ ਰਹੇਗਾ। ਜਿਹਨੂੰ ਸਤਿਗੁਰੂ ਨੇ ਆਪਣੀ ਪਾਵਨ ਬਾਣੀ ਦੇ ਵਿੱਚ ਆਖਿਆ ਹੈ ਕਿ ਹੇ ਮੇਰੇ ਮਾਲਕ ਜੀਓ, ਤੂੰ ਬਹੁਤ ਵੱਡਾ ਹੈ, ਅਪਾਰ ਹੈ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੂਖ। ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ। ਉਹ ਇੰਨਾ ਕੁ ਮਹਾਨ ਹੈ ਕਿ ਅਸੀਂ ਉਹਦੀਆਂ ਵਡਿਆਈਆਂ ਰਾਤ ਦਿਨ ਕਹਿੰਦੇ ਵੀ ਰਹੀਏ ਤਾਂ ਫਿਰ ਵੀ ਅਸੀਂ ਅਧੂਰੇ ਦੇ ਅਧੂਰੇ ਹੀ ਰਵਾਂਗੇ, ਕਿਉਂਕਿ ਉਹਦੀਆਂ ਵਡਿਆਈਆਂ ਮੁੱਕਣੀਆਂ ਨਹੀਂ ਹੈ, ਨਾ ਉਹਦੀਆਂ ਸਿਆਣਪਾਂ ਖਤਮ ਹੋਣੀਆਂ ਨੇ। ਸਾਡੀ ਸਿਆਣਪ, ਸਾਡੀ ਚਤੁਰਾਈ, ਸਾਡੀ ਵਡਿਆਈ ਬਹੁਤ ਸੀਮਤ ਹੈ। ਅਕਾਲ ਪੁਰਖ ਵਾਹਿਗੁਰੂ ਨੇ ਜਿਸ ਟਾਈਮ ਇਸ ਕਾਇਨਾਤ ਨੂੰ ਪੈਦਾ ਕੀਤਾ ਨਾ, ਤੇ ਗੁਰੂ ਸਾਹਿਬਾਨ ਆਪਣੀ ਪਾਵਨ ਬਾਣੀ ਵਿੱਚ ਕਹਿੰਦੇ ਨੇ ਕਿ ਅਰਬਦ ਨਰਬਦ ਧੁੰਦੂ ਕਾਰਾ, ਧਰਨਾ ਗਗਨਾ ਹੁਕਮ ਅਪਾਰਾ। ਨਾ ਦਿਨ ਰਹਿਣ ਚੰਦ, ਨਾ ਦਿਨ ਰਹਿਣ ਨਾ ਚੰਦ, ਨਾ ਸੂਰਜ ਸੁਨ ਸਮਾਧ ਲਗਾਏਂਦਾ। ਗੁਰੂ ਨਾਨਕ ਸਾਹਿਬ ਜੀ ਆਪਣੀ ਪਾਵਨ ਬਾਣੀ ਵਿੱਚ ਦੱਸਦੇ ਨੇ ਕਿ ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ। ਨਾ ਦਿਨ ਰਹਿਣ ਨਾ ਚੰਦ, ਨਾ ਸੂਰਜ ਸੁਨ ਸਮਾਧ ਲਗਾਏਂਦਾ। ਪਰਮਾਤਮਾ ਮੌਜੂਦ ਸੀ, ਪਰ ਕਾਇਨਾਤ ਵਿੱਚ ਕੁਝ ਵੀ ਨਹੀਂ ਸੀ, ਕੋਈ ਜੀਵ ਜੰਤੂ ਨਹੀਂ ਸੀ, ਕੁਛ ਵੀ ਨਹੀਂ ਸੀ। ਫਿਰ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਸ ਸੰਸਾਰ ਨੂੰ ਬੜੇ ਪਿਆਰ ਨਾਲ ਤਿਆਰ ਕੀਤਾ। ਜਿਵੇਂ ਅਸੀਂ ਰੋਜ਼ਾਨਾ ਆਪਣੀ ਫੈਮਿਲੀ ਦੀ ਕੇਅਰ ਕਰਦੇ ਹਾਂ, ਉਸੇ ਤਰ੍ਹਾਂ ਹੀ ਇਹ ਨਿਰੰਕਾਰ ਦੀ ਬਣਾਈ ਹੋਈ ਕਾਇਨਾਤ ਹੈ, ਇਹਦੀ ਕੇਅਰ ਪਰਮਾਤਮਾ ਖੁਦ ਕਰਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਪਰਮਾਤਮਾ ਸਾਨੂੰ ਨਿਤ ਦਾਤਾਂ ਦਿੰਦਾ ਹੈ, ਉਹਦੇ ਕੋਲੋਂ ਨਿਤ ਅਸੀਂ ਖਾਂਦੇ ਹਾਂ। ਸਾਡੇ ਉੱਠਣ ਤੋਂ ਪਹਿਲਾਂ ਸੂਰਜ ਸਾਡੀ ਉਡੀਕ ਕਰ ਰਿਹਾ ਹੁੰਦਾ ਹੈ। ਅਸੀਂ ਸੌਂਦੇ ਹਾਂ ਤਾਂ ਰਾਤ ਸਾਨੂੰ ਬੜੇ ਪਿਆਰ ਨਾਲ ਸੁਆ ਦਿੰਦੀ ਹੈ, ਜਿਹਨੂੰ ਦਾਈ ਦਾ ਆਖਿਆ ਗਿਆ ਦਿਨ ਤੇ ਰਾਤ ਨੂੰ, ਕਿ ਇਸ ਧਰਤੀ ਵਿੱਚੋਂ ਕਈ ਤਰ੍ਹਾਂ ਦੇ ਫਲ ਫਰੂਟ ਤੇ ਹੋਰ ਸਬਜ਼ੀਆਂ ਆਦਿਕ ਨਿਤ ਨਿਕਲਦੀਆਂ ਨੇ, ਨਿਤ ਅਸੀਂ ਖਾਂਦੇ ਹਾਂ। ਇਹ ਚੀਜ਼ਾਂ ਬੰਦੇ ਨੇ ਪੈਦਾ ਨਹੀਂ ਕੀਤੀਆਂ ਨੇ, ਇਹਨਾਂ ਚੀਜ਼ਾਂ ਨੂੰ ਇਨਸਾਨ ਨੇ ਬਸ ਧਰਤੀ ਵਿੱਚੋਂ ਕੱਢਿਆ ਹੈ। ਪਾਇਆ ਪਰਮਾਤਮਾ ਨੇ ਸਾਰਾ ਕੁਛ ਇਹਦੇ ਵਿੱਚ ਹੈ, ਲੇਕਿਨ ਵਸੀਲਾ ਇਨਸਾਨ ਨੂੰ ਬਣਾਇਆ ਵੀ ਤੂੰ ਕੱਢੀ ਜਾ ਤੇ ਖਾਈ ਜਾ। ਗੁਰੂ ਸਾਹਿਬਾਨ ਆਪਣੀ ਪਾਵਨ ਬਾਣੀ ਵਿੱਚ ਕਹਿੰਦੇ ਨੇ, ਹੇ ਮੇਰੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ, ਅਸੀਂ ਲੱਖ ਵਾਰ ਤੇਰੇ ਗੁਣ ਗਾਈਏ ਨਾ, ਲੱਖ ਵਾਰੀ ਤੇਰੀ ਸਿਫਤ ਸਲਾਹ ਕਰੀਏ ਨਾ, ਅਸੀਂ ਫਿਰ ਵੀ ਅਧੂਰੇ ਹੀ ਮਹਿਸੂਸ ਕਰਾਂਗੇ ਆਪਣੇ ਆਪ ਨੂੰ। ਕਹਿੰਦੇ ਕਹੇ ਕਹੇ ਕਹਿ ਜਾਵੇਂ ਤੁਮ ਸਰ ਅਵਰ ਨਾ ਕੋਈ, ਭਗਤਹੀਨ ਨਾਨਕ ਜਨ ਜੰਪੈ ਹੋ ਸਲਾਹੀ ਸੱਚਾ ਸੋਈ। ਸਾਡੇ ਵਰਗੇ ਪਤਾ ਨਹੀਂ ਹੋਰ ਕਿੰਨੇ ਇਸ ਕਾਇਨਾਤ ਵਿੱਚ ਪੈਦਾ ਹੋਏ ਨੇ ਜਿਹੜੇ ਜੇ ਨਿਤ ਤੇਰੇ ਗੁਣ ਗਾਉਂਦੇ ਨੇ, ਪਰ ਮਾਲਕਾ ਫਿਰ ਵੀ ਉਹ ਅਧੂਰੇ ਦੇ ਅਧੂਰੇ ਹੀ ਨੇ, ਕਿਉਂਕਿ ਤੇਰੇ ਵਰਗਾ ਬੰਨਾ ਔਖਾ ਹੈ। ਪਰ ਜੇਕਰ ਕੋਈ ਇਨਸਾਨ ਇਹ ਕਹੇ ਕਿ ਮੈਂ ਹੀ ਰੱਬ ਹੋ ਗਿਆ, ਜੇਕਰ ਕੋਈ ਇਨਸਾਨ ਇਹ ਕਹੇ ਕਿ ਮੈਂ ਹੀ ਭਗਵਾਨ ਹੋ ਗਿਆ, ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ, ਫਿਰ ਇਨਸਾਨ ਖਤਮ ਹੈ।
ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹਦੇ ਹੋ ਤੇ ਸਤਿਗੁਰੂ ਨੇ ਆਪਣੀ ਪਾਵਨ ਬਾਣੀ ਵਿੱਚ ਖੁਦ ਲਿਖਿਆ ਹੈ ਕਿ ਅਕਾਲ ਪੁਰਖ ਵਾਹਿਗੁਰੂ ਦੇ ਦਰ ਦਾ, ਉਹਦੇ ਘਰ ਦਾ ਮੈਂ ਤੁਹਾਨੂੰ ਰਸਤਾ ਵਿਖਾ ਰਿਹਾ ਤੇ ਉਂਗਲ ਫੜ ਕੇ ਮੈਂ ਤੁਹਾਨੂੰ ਨਾਲ ਲੈ ਕੇ ਜਾਣ ਲਈ ਤਿਆਰ ਵੀ ਹਾਂ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੇ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇਂ ਆਪਣ ਪਾਲੀ। ਪਰ ਸ਼ਰਤ ਇਹ ਹੈ ਕਿ ਅਸੀਂ ਕੀ ਗੁਰੂ ਨਾਲ ਤੁਰਨ ਨੂੰ ਤਿਆਰ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕੇ ਕਲਗੀਧਰ ਦਸ਼ਮੇਸ਼ ਪਾਤਸ਼ਾਹ ਤੱਕ 10 ਗੁਰੂ ਸਾਹਿਬਾਨਾਂ ਨੇ ਇਹੀ ਵਡਿਆਈ ਸਮਝੀ ਅਤੇ ਸਮਝਾਈ ਅਗਾਂਹ ਸਿੱਖਾਂ ਨੂੰ, ਔਰ ਸਾਡੇ ਭਾਂਡੇ ਨੂੰ ਸੱਚਾ ਬਣਾਇਆ, ਸਾਫ਼ ਕੀਤਾ, ਧੋਤਾ, ਔਰ ਇਸ ਭਾਂਡੇ ਵਿੱਚ ਸਤਿਗੁਰੂ ਨੇ ਬਹੁਤ ਕੀਮਤੀ ਚੀਜ਼ਾਂ ਪੈਦਾ ਕਰ ਦਿੱਤੀਆਂ, ਪਾ ਦਿੱਤੀਆਂ। ਜਿਵੇਂ ਸਤਿਗੁਰੂ ਜੀ ਆਪਣੀ ਪਾਵਨ ਬਾਣੀ ਵਿੱਚ ਕਹਿੰਦੇ ਨੇ ਨਾ ਕਿ ਭਾਂਡਾ ਧੋਏ ਬੈਸ ਧੂਪ ਦੇਵੋ, ਤਉ ਦੁੱਧੇ ਕੋ ਜਾਵੋ। ਕਹਿੰਦੇ ਭਾਂਡਾ ਸਾਫ਼ ਸੁਥਰਾ ਹੋਵੇ ਤੇ ਫਿਰ ਹੀ ਆਪਾਂ ਦੁੱਧ ਪਾਉਣ ਦੀ ਤਿਆਰੀ ਕਰਦੇ ਹਾਂ ਉਹਦੇ ਵਿੱਚ। ਤੇ ਵਾਹਿਗੁਰੂ ਨੇ ਸਾਡੇ ਭਾਂਡੇ ਨੂੰ ਸਾਫ਼ ਸੁਥਰਾ ਬਣਾਇਆ ਗੁਰੂ ਦੇ ਰਾਹੀਂ, ਫਿਰ ਉਹਦੇ ਵਿੱਚ ਉਸ ਅੰਮ੍ਰਿਤ ਦੀ ਦਾਤ ਪਾ ਦਿੱਤੀ ਜਿਹਨੂੰ ਲੋਕ ਤਰਸਦੇ ਰਹੇ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਔਰ ਗੁਰੂ ਨੇ ਕਿਰਪਾ ਕੀਤੀ ਸਾਡੇ ਉੱਤੇ ਕਿ ਸਾਨੂੰ ਇੱਕ ਨਾਮ ਦੀ ਵਡਿਆਈ, ਨਾਮ ਦੀ ਦੌਲਤ ਨਾਲ ਨਿਵਾਜ ਦਿੱਤਾ। ਔਰ 10 ਗੁਰੂ ਸਾਹਿਬਾਨ ਨੇ ਉਸ ਵਡਿਆਈ ਨਾਲ ਸਾਨੂੰ ਜੋੜਿਆ ਕਿ ਭਲਿਓ ਜੇ ਪ੍ਰਮਾਤਮਾ ਨੂੰ ਪਾਉਣਾ ਹੈ ਤੇ ਆਹ ਰਸਤਾ ਹੈ, ਇਸ ਰਸਤੇ ਉੱਤੇ ਤੁਰਿਓ। ਗੁਰੂ ਨਾਨਕ ਸਾਹਿਬ ਅੱਜ ਦੀ ਪੌੜੀ 'ਚ ਕਹਿੰਦੇ ਨੇ ਸਲਾਹੀ ਸਲਾਹ, ਸਲਾਹੀ ਸਲਾਹ, ਸਲਾਉਣ ਯੋਗ ਅਕਾਲ ਪੁਰਖ ਪ੍ਰਮਾਤਮਾ। ਜੇਕਰ ਕੋਈ ਉਹਦੀ ਸਿਫਤ ਸਲਾਹ ਕਰੇ, ਉਹਦੀ ਵਡਿਆਈ ਕਰੇ, ਏਤੀ ਸੁਰਤ, ਇੰਨੀ ਸਮਝ ਨਾ ਪਾਈਆ ਉਸ ਬੰਦੇ ਨੂੰ ਨਹੀਂ ਮਿਲਦੀ। ਕਿਹੜੀ? ਕਿ ਉਹ ਪਰਮਾਤਮਾ ਜਿੱਡਾ ਹੋ ਜਾਏ ਤੇ ਇਹ ਸਮਝੇ ਕਿ ਪਰਮਾਤਮਾ ਨੇ ਕਾਇਨਾਤ ਨੂੰ ਕਿੱਦਾਂ ਪੈਦਾ ਕੀਤਾ ਹੈ, ਕਿਵੇਂ ਪੈਦਾ ਕੀਤਾ ਹੈ, ਤੇ ਰੱਬ ਕਿੱਡਾ ਵੱਡਾ, ਕਿੰਨਾ ਮਹਾਨ ਹੈ। ਰੱਬ ਦੇ ਸਾਰੇ ਭੇਤ ਜਾਣ ਲਵੇ, ਐਸਾ ਨਹੀਂ ਹੋ ਸਕਦਾ ਹੈ। ਕਾਇਨਾਤ ਵਿੱਚ ਬਹੁਤ ਸਾਰੀਆਂ ਗੁੱਝੀਆਂ ਬਾਤਾਂ ਨੇ, ਗੁੱਝੀਆਂ ਰਹਿਣਗੀਆਂ। ਦੁਨੀਆ ਵਿੱਚ ਬਹੁਤ ਕੁਝ ਅੱਜ ਵੀ ਅਦਭੁਤ ਹੈ, ਅਦਭੁਤ ਹੀ ਰਹੇਗਾ। ਤਰਕ ਦੇ ਆਧਾਰ ਉੱਤੇ ਹਰ ਇੱਕ ਚੀਜ਼ ਨੂੰ ਨਕਾਰਿਆ ਤਾਂ ਜਾ ਸਕਦਾ ਹੈ, ਪਰ ਹਰ ਇੱਕ ਚੀਜ਼ ਨੂੰ ਅਸੀਂ ਪ੍ਰਗਟ ਨਹੀਂ ਕਰ ਸਕਦੇ ਹਾਂ, ਕਿਉਂਕਿ ਕੁਦਰਤ ਵਿੱਚ ਬਹੁਤ ਕੁਝ ਐਸਾ ਹੈ ਜੋ ਸਾਡੀ ਸੋਚ ਅਤੇ ਸਮਝ ਤੋਂ ਬਹੁਤ ਪਰੇ ਹੈ। ਔਰ ਉਹਦੇ ਪਿੱਛੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਖੁਦ ਹੈ। ਸਤਿਗੁਰੂ ਜੀ ਕਹਿੰਦੇ ਨੇ ਰੱਬ ਦੀ ਸਿਫਤ ਸਲਾਹ ਕਰਨ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਉਹਦਾ ਅੰਤ ਹੀ ਪਾ ਲਵਾਂਗੇ, ਅਸੀਂ ਬਿਲਕੁਲ ਉਹਦਾ ਪਾਰਲਾ ਬੰਨਾ ਹੀ ਲੱਭ ਲਵਾਂਗੇ, ਸਮਝ ਲਵਾਂਗੇ ਉਸ ਨੂੰ। ਅਸੀਂ ਤਾਂ ਪਰਮਾਤਮਾ ਦੀ ਬੰਦਗੀ ਇਸ ਲਈ ਕਰਨੀ ਹੈ ਕਿ ਸਾਡੀ ਝੋਲੀ ਵਿੱਚ ਮਾਲਕ ਕੁਛ ਪਾ ਦੇ। ਕਲਗੀਧਰ ਦਸ਼ਮੇਸ਼ ਪਿਤਾ ਜਿਸ ਟਾਈਮ ਸੈਦੇ ਮਲਾਹ ਦੇ ਕੋਲ ਆਉਂਦੇ ਨੇ ਤੇ ਸੈਦੇ ਮਲਾਹ ਨੂੰ ਕਹਿੰਦੇ ਨੇ, ਸੈਦਿਆ ਅਸੀਂ ਤੇਰੀ ਬੇੜੀ ਵਿੱਚ ਅਸਵਾਰ ਹੋਣਾ ਹੈ ਅੱਜ, ਤੇ ਸਾਨੂੰ ਕਿਰਪਾ ਕਰ ਪਰਲੇ ਪਾਸੇ ਉਤਾਰ ਦੇ ਜਾ ਕੇ, ਅਸੀਂ ਕਿਸੇ ਕੰਮ ਲਈ ਜਾ ਰਹੇ ਹਾਂ। ਆਪਣੇ ਸਿੱਖਾਂ ਦੇ ਨਾਲ ਸਤਿਗੁਰੂ ਜੀ ਆਏ। ਭਾਈ ਸੈਦੇ ਮਲਾਹ ਨੇ ਬੜੇ ਪਿਆਰ ਨਾਲ ਸਤਿਗੁਰੂ ਨੂੰ ਬਿਠਾਇਆ ਬੇੜੀ ਦੇ ਵਿੱਚ, ਤੇ ਜਿਸ ਟਾਈਮ ਨਦੀ ਦਾ ਪਰਲਾ ਬੰਨਾ ਆ ਗਿਆ ਤੇ ਸਤਿਗੁਰੂ ਜੀ ਉਤਰਨ ਲੱਗੇ ਤੇ ਆਪਣੇ ਖੀਸੇ ਦੇ ਵਿੱਚ ਹੱਥ ਪਾ ਕੇ ਸਤਿਗੁਰੂ ਨੇ ਕੁਝ ਮੋਹਰਾਂ ਕੱਢੀਆਂ ਤੇ ਕਹਿੰਦੇ ਲੈ ਸੈਦਿਆ, ਆ ਤੇਰੀ ਜਿਹੜੀ ਕਿਰਤ ਹੈ ਉਹਦਾ ਜਿੰਨਾ ਤੇਰਾ ਹੱਕ ਬਣਦਾ ਹੈ ਉਹ ਰੱਖ ਲੈ। ਤੇ ਸੈਦਾ ਮਲਾਹ ਸਤਿਗੁਰੂ ਨੂੰ ਕਹਿਣ ਲੱਗਾ, ਮਹਾਰਾਜ ਮੈਂ ਨਹੀਂ ਲੈਣਾ, ਕਿਉਂਕਿ ਮੈਂ ਆਪਣੀ ਜਿਹੜੀ ਜਾਤ ਵਾਲੇ ਨੇ ਉਹਨਾਂ ਦੇ ਕੋਲੋਂ ਪੈਸਾ ਨਹੀਂ ਲੈਂਦਾ ਹੁੰਦਾ। ਹੁਣ ਸਿੱਖ ਜਿਹੜੇ ਸਨ ਉਹ ਬੜੇ ਹੈਰਾਨ ਹੋਏ ਗਏ ਸੁਣ ਕੇ ਵੀ ਸਤਿਗੁਰੂ ਨੂੰ ਇਹ ਸ਼ਬਦ ਕਿਉਂ ਵਰਤੇ। ਤੇ ਸਤਿਗੁਰੂ ਜੀ ਹੱਸ ਪਏ, ਗੱਲ ਸਮਝ ਗਏ। ਸੈਦੇ ਮਲਾਹ ਨੇ ਕਿਹਾ, ਸੱਚਿਆ ਪਾਤਸ਼ਾਹ, ਮਲਾਹ ਤੁਸੀਂ ਵੀ ਹੋ, ਮਲਾਹ ਮੈਂ ਵੀ ਹਾਂ, ਪਰ ਮੈਂ ਮਲਾਹ ਹਾਂ ਇਸ ਛੋਟੀ ਜੀ ਨਦੀ ਦਾ, ਤੁਸੀਂ ਮਲਾਹ ਹੋ ਇਸ ਸੰਸਾਰ ਦੇ, ਦੁਨੀਆ ਤੋਂ ਤਾਰਨ ਵਾਲੇ। ਤੇ ਮੇਰਿਆ ਮਾਲਕਾ, ਬਸ ਮੇਰੀ ਇਹੀ ਅਰਦਾਸ ਹੈ ਕਿ ਜੇ ਅੱਜ ਇੱਕ ਵੱਡੇ ਮਲਾਹ ਨੂੰ ਇੱਕ ਛੋਟੇ ਮਲਾਹ ਨੇ ਇੱਕ ਨਦੀ ਤੋਂ ਪਰਲੇ ਪਾਸੇ ਉਤਾਰਿਆ ਨਾ, ਬਸ ਉਸ ਮਲਾਹ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਦਾਤਿਆ ਕਿ ਜਦੋਂ ਟਾਈਮ ਆਵੇ ਤਾਂ ਕਿਰਪਾ ਕਰਕੇ ਮੈਨੂੰ ਇਸ ਭਵ ਸਾਗਰ ਤੋਂ ਤਾਰ ਦਵੀਂ, ਤੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹੈ। ਇੰਨੀ ਨਿਰਮਾਨਤਾ, ਇੰਨਾ ਪਿਆਰ। ਤੇ ਕਲਗੀਧਰ ਦਸ਼ਮੇਸ਼ ਪਿਤਾ ਨੇ ਕਿਹਾ, ਵਾਹ ਸੈਦਿਆ, ਖੁਸ਼ ਕੀਤਾ ਈ। ਤੇ ਸਤਿਗੁਰੂ ਨੇ ਨਾ ਘੁੱਟ ਕੇ ਜੱਫੀ ਦੇ ਵਿੱਚ ਲੈ ਲਿਆ ਭਾਈ ਸੈਦੇ ਨੂੰ, ਤੇ ਸਤਿਗੁਰੂ ਨੇ ਕਿਹਾ, ਸੈਦਿਆ ਤੇਰੇ ਅੰਗ ਸੰਗ ਰਹੇਗਾ ਕਰਤਾਰ। ਵੇਖੋ, ਜਦੋਂ ਸਿੱਖ ਇੰਨਾ ਪਿਆਰ ਕਰਨ ਲੱਗ ਪਏ ਆਪਣੇ ਗੁਰੂ ਨੂੰ ਤੇ ਸਤਿਗੁਰੂ ਸਾਰਾ ਕੁਝ ਹੀ ਵਾਰਦਾ ਉਸ ਸਿੱਖ ਤੋਂ। ਤੇ ਸਿੱਖ ਕਵੇ ਵੀ ਮੈਂ ਹੁਣ ਸਤਿਗੁਰੂ ਦੇ ਪੜੋਤੜੇ ਫੁੱਲਣੇ ਆ ਜੀ, ਮੈਂ ਅੰਤ ਲੱਭ ਲੈਣਾ ਗੁਰੂ ਦਾ, ਇਹ ਤਾਂ ਫਿਰ ਮੂਰਖਤਾ ਹੀ ਹੋ ਗਈ ਨਾ। ਇਹ ਤਾਂ ਫਿਰ ਉਹੀ ਗੱਲ ਹੈ ਨਾ
ਵੀ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ। ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜੀਆਂ ਨੂੰ ਚਾਅ ਚੜੇ ਵੀ ਆਪਾਂ ਵੀ ਤਾਂ ਨੂੰ ਉੱਡਣਾ। ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਪੈਦਾ ਕੀਤਾ ਹੈ, ਅਸੀਂ ਰੱਬ ਨੂੰ ਪੈਦਾ ਨਹੀਂ ਕੀਤਾ ਹੈ। ਇੱਕ ਦੋ ਵੀਰ ਇਹ ਕਮੈਂਟ ਕਰਦੇ, ਮੈਂ ਖੁਦ ਪੜ੍ਹੇ ਨੇ, ਕੋ ਕਹਿੰਦੇ ਨੇ ਕਿ ਅਸੀਂ ਜੀ ਰੱਬ ਦੀ ਮੂਰਤ ਤਿਆਰ ਕਰਦੇ ਹਾਂ, ਰੱਬ ਨਹੀਂ। ਰੱਬ ਦੀ ਤਾਂ ਕੋਈ ਮੂਰਤ ਹੈ ਹੀ ਨਹੀਂ, ਫਿਰ ਪੱਥਰ ਦੇ ਵਿੱਚੋਂ ਕੀ ਲੱਭ ਰਹੇ ਹੋ? ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਤਾਂ ਖੁਦ ਕਿਹਾ ਹੈ ਕਿ ਜਿਹੜਾ ਬੰਦਾ ਪੱਥਰ ਦੀ ਪੂਜਾ ਕਰਦਾ ਹੈ ਉਹ ਮੁਗਧ ਗਵਾਰ ਹੈ, ਕਿਉਂਕਿ ਪੱਥਰ ਨਾ ਬੋਲਦਾ ਹੈ, ਨਾ ਖਾਂਦਾ ਹੈ, ਨਾ ਪੀਂਦਾ ਹੈ, ਨਾ ਤੁਹਾਡੀ ਰੱਖਿਆ ਕਰ ਸਕਦਾ ਹੈ, ਨਾ ਪੱਥਰ ਤੁਹਾਨੂੰ ਗਿਆਨ ਦੇ ਸਕਦਾ ਹੈ। ਹੈਰਾਨਗੀ ਹੈ ਭਾਈ ਧੰਨਾ ਜੀ ਨੂੰ, ਜਿਹੜੇ ਲੋਕ ਉਹਨਾਂ ਪੱਥਰ ਪੂਜਾ ਦੇ ਨਾਲ ਜੋੜ ਰਹੇ ਨੇ। ਮੂਰਖੋ, ਪਰਮਾਤਮਾ ਦੀ ਸਿਫਤ ਸਲਾਹ ਕਰਕੇ ਪਰਮਾਤਮਾ ਵਰਗਾ ਹੀ ਬਣ ਜਾਈਦਾ ਹੈ, ਤੇ ਰੱਬ ਸਾਖਸ਼ਾਤ ਹੈ, ਉਹ ਕਿਸੇ ਪੱਥਰ ਦੀਆਂ ਮੂਰਤੀਆਂ ਦੇ ਵਿੱਚ ਨਹੀਂ ਹੈ। ਜਿਵੇਂ ਇਕਬਾਲ ਜੀ ਨੇ ਕਿਹਾ ਸੀ ਨਾ ਇੱਕ ਜਗ੍ਹਾ ਤੇ ਕਿ ਸ਼ਾਬਾਸ਼ ਬੁੱਤੋ ਤਰੱਕੀ ਇਸੇ कहते हैं जब तराशे ना थे पत्थर तराशे तो खुदा बन बैठे। ਇੰਨੀ ਤਰੱਕੀ ਕਿ ਪਹਿਲਾਂ ਪੱਥਰ ਸੀ, ਤਰਾਸ਼ਿਆ ਤੇ ਫਿਰ ਰੱਬ ਬਣ ਗਿਆ, ਆਪ ਹੀ ਬਣਾਇਆ, ਆਪ ਹੀ ਉਹਦੀ ਪੂਜਾ ਕੀਤੀ। ਮੇਰੇ ਮਾਲਕ ਸੱਚੇ ਪਾਤਸ਼ਾਹ ਨੇ ਸਾਨੂੰ ਇੱਕ ਵਿਲੱਖਣ ਪਹਿਚਾਣ ਇਸ ਕਰਕੇ ਦਿੱਤੀ ਹੈ, ਆਪਾਂ ਬੁੱਤਾਂ ਦੀ ਪੂਜਾ ਨਹੀਂ ਕਰਦੇ ਆ, ਅਸੀਂ ਬੁੱਤ ਪੂਜਕ ਨਹੀਂ ਆ। ਗੁਰੂ ਦੇ ਸਿੱਖ ਬੁੱਤ ਪੂਜਕ ਨਹੀਂ ਹੈ। ਗੁਰੂ ਦੇ ਸਿੱਖ ਸਮਝਾਉਂਦੇ ਨੇ ਬੁੱਤਾਂ ਤੋਂ ਬਾਹਰ ਨਿਕਲ ਕੇ ਅਸਲੀਅਤ ਨੂੰ ਸਮਝੋ, ਅਸਲੀਅਤ ਵਾਲਾ ਜੀਵਨ ਜੀਓ। ਤੇ ਮੇਰੇ ਮਾਲਕ ਨੇ ਜਿਸ ਟਾਈਮ 1699 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤ ਦੀ ਦਾਤ ਦਿੱਤੀ ਤੇ ਸਤਿਗੁਰੂ ਨੇ ਅੱਖਾਂ 'ਚ 5 ਛੱਟੇ, ਸੀਸ ਵਿੱਚ 5 ਛੱਟੇ ਤੇ ਮੂੰਹ ਦੇ ਵਿੱਚ 5 ਘੁੱਟ ਪਿਲਾ ਕੇ ਕਿਹਾ ਸੀ, ਸਿੱਖੋ ਤੁਸੀਂ ਬਿਲਕੁਲ ਵੱਖਰੇ ਹੋ। ਅੱਜ ਤੋਂ ਬਾਅਦ ਤੁਸੀਂ ਆਪਣੇ ਨਾਮ ਨਾਲ ਚੰਦ, ਰਾਮ, ਦਾਸ ਆਦਿਕ ਸ਼ਬਦ ਨਹੀਂ ਵਰਤਨੇ ਨੇ। ਤੁਹਾਡਾ ਨਾਮ ਅੱਜ ਤੋਂ ਬਾਅਦ ਸਿੰਘ ਹੋਏਗਾ ਤੇ ਮੇਰਾ ਨਾਮ ਹੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਹੀ ਹੋਏਗਾ। ਤੇ ਧੀਓ, ਤੁਹਾਡਾ ਨਾਮ ਅੱਜ ਤੋਂ ਬਾਅਦ ਕੌਰ ਹੋਏਗਾ। ਹਰ ਇੱਕ ਦਾ ਲਾਸਟ ਨੇਮ ਕੌਰ ਅਤੇ ਸਿੰਘ ਦਿੱਤਾ। ਤੇ ਫਿਰ ਆਪਾਂ ਹੈਰਾਨਗੀ ਹੈ ਨਾ ਸਾਡੀ ਵੀ ਸਿੱਖਾਂ ਦੇ ਘਰ ਵਿੱਚ ਪੈਦਾ ਹੋ ਕੇ ਅਸੀਂ ਆਪਣੇ ਨਾਮ ਦੇ ਪਿੱਛੇ ਜਾਤਾਂ ਲਾ ਦਿੰਨੇ ਆ ਤੇ ਕੌਰ ਤੇ ਸਿੰਘ ਵਿੱਚੋਂ ਹਟਾ ਦਿੰਨੇ ਆ। ਸ਼ਰਮ ਮਹਿਸੂਸ ਹੁੰਦੀ ਵਰਤਣ ਲੱਗਿਆ। ਜਿਹੜੇ ਵੀਰ ਸਿੱਖਾਂ ਦੇ ਘਰ ਦੇ ਵਿੱਚ ਪੈਦਾ ਹੋਏ, ਜਿਹੜੇ ਲੋਕ ਸਿੱਖਾਂ ਦੇ ਘਰ ਦੇ ਵਿੱਚ ਪੈਦਾ ਹੋਏ, ਉਹੀ ਸਮਝ ਲੈਣ ਕਿ ਅਸੀਂ ਉਸੇ ਹੀ ਮਾਲਕ ਚੋਂ ਪੈਦਾ ਹੋਏ ਆ ਤੇ ਅਸੀਂ ਸਿੰਘ ਅਤੇ ਕੌਰ ਆ। ਸਾਬ ਸੂਰਤ ਬਣ ਜਾਓ ਤੇ ਆਪਣੇ ਆਪ ਨੂੰ ਸਿੰਘ ਅਤੇ ਕੌਰਾਂ ਅਖਵਾਉਣਾ ਸ਼ੁਰੂ ਕਰੋ। ਗਾਇਕਾਂ ਦੇ ਪਿੱਛੇ ਨਾ ਲੱਗੇ ਹੋ, ਉਹ ਐਸੇ ਨੇ ਐਸੇ ਹੀ ਰਹਿਣਗੇ ਉਹ, ਤੇ ਉਹਨਾਂ ਦੇ ਪਿੱਛੇ ਲਾ ਕੇ ਆਪਣੇ ਨਾਮ ਬਦਲਨੇ ਸ਼ੁਰੂ ਨਾ ਕਰੋ। ਜਿਹੜਾ ਮਾਲਕ ਨੇ ਨਾਮ ਦਿੱਤਾ ਹੈ ਉਹਨੂੰ ਆਪਣੇ ਅੰਦਰ ਰੱਖੋ। ਸੋਚੋ ਵੀ ਸਾਡੇ ਮਾਲਕ ਨੇ ਸਾਨੂੰ ਕੀ ਬਣਾਇਆ ਹੈ। ਸਤਿਗੁਰ ਕਹਿੰਦੇ ਜਿਵੇਂ ਨਦੀਆਂ ਅਤੇ ਵਾਹ ਭਵੇਂ ਸਮੁੰਦ ਨਾ ਜਾਣੀਆਂ। ਨਦੀਆਂ ਅਤੇ ਛੋਟੇ ਛੋਟੇ ਨਾਲੇ ਜਦੋਂ ਸਮੁੰਦਰ ਦੇ ਵਿੱਚ ਜਾ ਕੇ ਡਿੱਗ ਪੈਂਦੇ ਨੇ ਨਾ ਤੇ ਉਹਨਾਂ ਦੀ ਵੱਖਰੀ ਪਹਿਚਾਣ ਨਹੀਂ ਰਹਿੰਦੀ, ਉਹ ਸਮੁੰਦਰ ਦਾ ਹਿੱਸਾ ਬਣ ਜਾਂਦੇ ਨੇ। ਬਿਆਸ ਹੈ, ਸਤਲੁਜ ਹੈ, ਚਨਾਹ ਹੈ, ਜਮਨਾ ਹੈ, ਸਰਸਵਤੀ ਹੈ, ਉਹ ਜਿੰਨੀਆਂ ਵੀ ਨਦੀਆਂ ਨਾਲੇ ਨੇ, ਪਰ ਜਦੋਂ ਉਹ ਸਮੁੰਦਰ 'ਚ ਪੈਂਦੇ ਨੇ ਉਹਨਾਂ ਦੇ ਨਾਮ ਖਤਮ ਹੋ ਜਾਂਦੇ ਨੇ। ਤੇ ਕਲਗੀਧਰ ਨੇ ਕਿਹਾ ਸੀ, ਸਿੱਖੋ ਤੁਹਾਡੀ ਜਾਤ ਕੁਲ ਸਭ ਖਤਮ ਹੈ, ਕਿਉਂਕਿ ਅੱਜ ਤੋਂ ਬਾਅਦ ਤੁਸੀਂ ਮੇਰਾ ਹਿੱਸਾ ਬਣ ਗਏ ਹੋ। ਜਬਲਾ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨਕੀ ਪ੍ਰਤੀਤ, ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ में हो करो निवास। ਅੱਜ ਅਸੀਂ ਖਾਲਸੇ ਹਾਂ, ਖਾਲਸੇ ਬਣ ਕੇ ਜਿਉਣਾ, ਖਾਲਸੇ ਬਣ ਕੇ ਮਰਨਾ। ਤੇ ਆਪਣੀ ਜਿਹੜੀ ਪਹਿਚਾਣ ਹੈ ਨਾ, ਨਕਲੀ ਪਹਿਚਾਣ, ਉਹਨੂੰ ਖਤਮ ਕਰ ਦਿਓ। ਅਸੀਂ ਗੁਰੂ ਦਾ ਰੂਪ ਹੋ ਗਏ ਹਾਂ ਤੇ ਗੁਰੂ ਦੇ ਵਿੱਚ ਅਸੀਂ ਸਮਾਈ ਕਰ ਲੈਣੀ ਆ, ਕਿਉਂਕਿ ਗੁਰੂ ਸਾਡਾ ਸਮੁੰਦਰ ਹੈ, ਉਹਦੇ ਵਿੱਚ ਹੀ ਜਾ ਕੇ ਆਪਾਂ ਵਸਣਾ ਹੈ। ਗੁਰ ਸਮੁੰਦ ਨਦੀ ਸਭ ਸਿੱਖੀ ਨਾ ਤੈਜਤ ਵਡਿਆਈ। ਗੁਰੂ ਸਾਡਾ ਸਮੁੰਦਰ ਹੈ। ਤੇ ਜਿਹੜੇ ਲੋਕ ਆਪਣੇ ਗੁਰੂ ਤੋਂ ਦੂਰ ਹੋ ਗਏ ਨੇ ਉਹ ਛੱਪੜਾਂ ਦੇ ਵਿੱਚ ਹੱਥ ਮਾਰਦੇ ਫਿਰਦੇ ਨੇ। ਜਿਵੇਂ ਬਾਬਾ ਕਬੀਰ ਸਾਹਿਬ ਨੇ ਕਿਹਾ ਨਾ, ਕਬੀਰ ਸਮੁੰਦ ਨਾ ਛੋਡੀਐ ਜੋ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡਤੇ ਭਲੋ ਨਾ ਕਹੇ ਕੋਈ, ਸਮੁੰਦਰ ਖਾਰਾ ਵੀ ਕਿਉਂ ਨਾ ਹੋਵੇ ਕਦੇ ਉਹਨੂੰ ਨਾ ਛੱਡੋ। ਕਿਉਂਕਿ ਛੱਪੜਾਂ ਵਿੱਚ ਹੱਥ ਮਾਰਨ ਵਾਲਿਆਂ ਨੂੰ ਲੋਕ ਚੰਗਾ ਨਹੀਂ ਜੇ ਕਹਿੰਦੇ, ਕਮਲੀ ਕਹਿੰਦੇ ਨੇ। ਸਾਡਾ ਤਾਂ ਗੁਰੂ ਸਮੁੰਦਰ ਹੈ। ਅਸੀਂ ਆਪਣੇ ਗੁਰੂ ਵਿੱਚੋਂ ਬਹੁਤ ਸਾਰੇ ਹੀਰੇ ਰਤਨ ਜਵਾਹਰਾਤ ਕੱਢਣੇ ਨੇ, ਤੇ ਗੁਰੂ ਸਮੁੰਦਰ ਨੂੰ ਛੱਡ ਕੇ ਜਿਹੜੇ ਲੋਕ ਆਸੇ-ਪਾਸੇ ਧੱਕੇ ਖਾਂਦੇ ਫਿਰਦੇ ਨੇ ਉਹ ਖਤਮ ਹੋ ਜਾਂਦੇ ਨੇ। ਮੈਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਅੱਜ ਵੀ ਗੱਲ ਯਾਦ ਆਉਂਦੀ ਹੈ, ਜਦੋਂ ਉਹਨਾਂ ਦਾ ਉਸ ਟਾਈਮ ਦਾ ਮੁਰਸ਼ਦ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਬੈਰਾਗੀ ਪੁਣਾ ਛੱਡ ਕੇ ਸਿੰਘ ਬਣ ਗਏ ਸੀ। ਜਿਹੜੇ ਲਾਹਣਤੀ ਬੈਰਾਗੀ ਅੱਜ ਵੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੈਰਾਗੀ ਧਰਮ ਨਾਲ ਜੋੜਦੇ ਨੇ, ਉਹਨਾਂ ਨੂੰ ਸ਼ਰਮ ਮਹਿਸੂਸ ਹੋਣੀ ਚਾਹੀਦੀ ਹੈ ਕਿ ਜਿਸ ਦਿਨ ਬਾਬਾ ਬੰਦਾ ਸਿੰਘ ਬਹਾਦਰ ਬੈਰਾਗੀ ਸਨ,
ਮਾਧੋ ਦਾਸ ਸੀ। ਉਸ ਦਿਨ ਹਿਰਨੀ ਦੇ 2 ਬੱਚੇ ਵੇਖ ਕੇ ਮਰ ਗਿਆ, ਖਤਮ ਹੋ ਗਿਆ। ਪਰ ਜਦੋਂ ਕਲਗੀਧਰ ਦਸ਼ਮੇਸ਼ ਪਾਤਸ਼ਾਹ ਦੇ ਹੱਥਾਂ 'ਚੋਂ ਜਨਮ ਲਿਆ, ਬਾਬਾ ਬੰਦਾ ਸਿੰਘ ਬਹਾਦਰ ਬਣਿਆ, ਤਾਂ ਉਸ ਦਿਨ ਉਹਨੇ ਵਜ਼ੀਰ ਖਾਂ ਵਰਗੇ ਕਈ ਪਾਪੀਆਂ ਦੇ ਸਿਰ ਕਲਮ ਕੀਤੇ ਸੀ। ਤੇ ਉਹਨਾਂ ਦੇ ਮੁਰਸ਼ਿਦ ਨੇ, ਜਿਹੜਾ ਉਹਨਾਂ ਦਾ ਪਹਿਲਾ ਗੁਰੂ ਸੀ, ਉਹਨੇ ਕਿਹਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿ ਤੁਸੀਂ ਅੱਜ ਵੀ ਸੁਧਰ ਜਾਓ, ਗਲਤ ਰਸਤੇ ਤੇ ਪੈ ਗਏ ਹੋ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਸੀ ਕਿ ਮੈਨੂੰ ਜਿਉਣ ਦਾ ਵੱਲ ਹੀ ਹੋਣਾ ਹੈ, ਕਿਉਂਕਿ ਮੈਂ ਸਮੁੰਦਰ ਨਾਲ ਜੁੜ ਗਿਆ, ਮੈਂ ਛੱਪੜਾਂ ਦਾ ਖੇੜਾ ਛੱਡ ਦਿੱਤਾ। ਆਹ ਜਿਹੜੇ ਸਿੱਖ ਅੱਜ ਵੀ ਕਹਿੰਦੇ ਨੇ ਨਾ, ਜਿਹੜੇ ਸੱਚ ਬੋਲਣ ਵਾਲਿਆਂ ਨੂੰ ਕਹਿੰਦੇ ਨਿੰਦਕ ਜੀ, ਤੁਸੀਂ ਮਾੜਾ ਕਹਿੰਦੇ ਹੋ ਜੀ, ਤੁਸੀਂ ਆਪਣੇ ਦਿਮਾਗ ਦਾ ਇਲਾਜ ਕਰਾਓ ਜੀ ਤੁਸੀਂ। ਅਸਲ ਦੇ ਵਿੱਚ ਇਹ ਲੋਕ ਖੁਦ ਪਾਗਲ ਨੇ। ਮੈਂ ਇਹ ਦੱਸ ਦਵਾਂ, ਜਿਹੜੇ ਪਾਗਲਖਾਨਿਆਂ 'ਚ ਹੋਣੇ ਚਾਹੀਦੇ ਸੀ ਉਹ ਤਾਂ ਆਪਣੇ ਤੁਸੀਂ ਗੁਰੂ ਬਣਾ ਲਏ। ਉਹਨਾਂ ਦੇ ਨਾਲ ਤਾਂ ਤੁਸੀਂ, ਉਹਨਾਂ ਦੇ ਖਰੌੜਿਆਂ ਨੂੰ ਤੁਸੀਂ ਨਹੀਂ ਛੱਡਦੇ। ਆਪਾਂ ਤਾਂ ਸਮੁੰਦਰ ਨਾਲ ਜੁੜੇ ਆ, ਤੁਸੀਂ ਛੱਪੜਾਂ ਨਾਲ ਜੁੜੇ ਹੋ। ਆ ਪੂਰੇ ਪੰਜਾਬ ਦੀ ਧਰਤੀ ਉੱਤੇ ਹਰ ਇੱਕ ਪਿੰਡ ਸ਼ਹਿਰ ਵਿੱਚ ਛੱਪੜ ਹੀ ਛੱਪੜ ਹੈ, ਔਰ ਉਹਨਾਂ ਛੱਪੜਾਂ ਵਿੱਚੋਂ ਗਾਰਾ ਤੁਸੀਂ ਕੱਢ ਰਹੇ ਹੋ, ਕੱਖ ਨਹੀਂ ਨਿਕਲਣਾ। ਉਹ ਬਿਜ਼ਨਸ ਮਾਈਂਡਡ ਲੋਕ ਨੇ, ਉਹ ਤੁਹਾਡੇ ਇੱਕ ਇੱਕ ਪੈਸੇ ਤੋਂ ਬਿਜ਼ਨਸ ਕਰਦੇ ਨੇ, ਔਰ ਅਰਬਾਂ ਖਰਬਾਂ ਰੁਪਏ ਜੋੜ ਕੇ ਉਹਨਾਂ ਨੇ ਆਪਣੀਆਂ ਔਲਾਦਾਂ ਸੈੱਟ ਕਰ ਲਈਆਂ ਨੇ। ਉਹਨਾਂ ਦੀਆਂ ਫੈਕਟਰੀਆਂ ਨੇ, ਕਾਰਖਾਨੇ, ਵੱਡੀਆਂ ਵੱਡੀਆਂ ਇੰਡਸਟਰੀਆਂ ਦੇ ਮਾਲਕ ਨੇ। ਰਾਧਾ ਸੁਆਮੀਆਂ ਵਰਗੇ ਵੀ ਦੇਖ ਲਓ, ਇਹਨਾਂ ਦਾ ਕਿੱਸਾ ਫੋਲੋ, ਇਹਨਾਂ ਦਾ ਦੇਖੋ ਕਿਹੜੇ ਕਿਹੜੇ ਵੱਡੇ ਬਿਜ਼ਨਸ ਨੇ ਇਹਨਾਂ ਦੇ। ਕਿੱਥੋਂ ਆਏ, ਕਿੰਨਾ ਦਾ ਪੈਸਾ ਸੀ ਇਹ ਤੁਹਾਡਾ? ਤੁਸੀਂ ਉਹਨਾਂ ਨੂੰ ਪੈਸਾ ਦਿੱਤਾ, ਅਗਲਿਆਂ ਨੇ ਆਪਣੇ ਬਿਜ਼ਨਸ ਸੈੱਟ ਕਰ ਲਏ। ਔਰ ਬਿਜ਼ਨਸ ਮਾਈਂਡਡ ਬੰਦਿਆਂ ਨੂੰ ਤੁਸੀਂ ਗੁਰੂ ਕਹਿ ਰਹੇ ਹੋ, ਉਹ ਪਖੰਡੀ ਨੇ, ਠੱਗ ਨੇ, ਉਹ ਛੱਪੜ ਨੇ। ਅਸੀਂ ਤਾਂ ਖਹਿੜਾ ਨਹੀਂ ਛੱਡਾਂਗੇ ਆਪਣੇ ਗੁਰੂ ਦਾ, ਕਿਉਂਕਿ ਅਸੀਂ ਮਰਦੇ ਦਮ ਤੱਕ ਆਪਣੇ ਗੁਰੂ ਨਾਲ ਰਵਾਂਗੇ। ਉਹਨਾਂ ਨੂੰ ਇੱਕ ਬਹਾਨਾ ਮਿਲਿਆ ਗੁਰੂ ਗ੍ਰੰਥ ਸਾਹਿਬ ਦੀ ਪਾਉਣ ਬਾਣੀ ਦਾ। ਗੁਰੂ ਗ੍ਰੰਥ ਸਾਹਿਬ ਦੀ ਪਾਉਣ ਬਾਣੀ ਲੈਂਦੇ ਨੇ, ਵਰਤਦੇ ਨੇ, ਵਰਤਣ ਤੋਂ ਬਾਅਦ ਉਹ ਮੱਥੇ ਖੁਦ ਨੂੰ ਟਿਕਾਉਂਦੇ ਨੇ, ਕਹਿੰਦੇ ਨੇ ਜੀ ਦੇਹਧਾਰੀ ਤੋਂ ਬਗੈਰ ਤਾਂ ਗੁਜ਼ਾਰਾ ਹੀ ਕੋਈ ਨਹੀਂ ਜੀ। ਪਾਰ ਉਤਾਰਾ ਤਾਂ ਸ਼ਬਦ ਨਹੀਂ ਕਰਨਾ ਹੈ, ਸ਼ਬਦ ਤੋਂ ਬਗੈਰ ਉਹ ਕਿਸੇ ਜੋਗੇ ਵੀ ਨਹੀਂ ਨੇ। ਮੈਂ ਹੈਰਾਨੀ ਦੀ ਗੱਲ ਆ, ਅੱਗੋਂ ਪਿੱਛੋਂ ਸਾਡਾ ਬਾਬਾ, ਤੇ ਜਦੋਂ ਘਰ ਦੇ ਵਿੱਚ ਲੜਕੇ ਦਾ ਵਿਆਹ ਹੋਵੇ, ਮੁੰਡੇ ਦਾ ਵਿਆਹ ਹੋਵੇ, ਤੇ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਆਉਂਦੇ ਹੋ, ਬਾਬੇ ਨੂੰ ਲਿਆਓ। 48 ਘੰਟੇ ਗੁਰੂ ਗ੍ਰੰਥ ਸਾਹਿਬ ਨੂੰ ਬਿਠਾ ਕੇ ਰੱਖਦੇ ਹੋ। ਕੋਈ ਮਰ ਜਾਏ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਆਉਂਦੇ ਹੋ, ਕੋਈ ਖੁਸ਼ੀ ਗਮੀ ਹੋਏ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਆਉਂਦੇ ਹੋ, ਤੇ ਕੋਈ ਜੰਮੇ ਤੇ ਮਰੇ ਤੇ ਬਾਬੇ ਨੂੰ ਲੈ ਕੇ ਆਓ, ਬਿਠਾਓ ਬਾਬੇ ਨੂੰ 48 ਘੰਟੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਗ੍ਹਾ ਤੇ। ਨਹੀਂ, ਉਹ ਸਾਨੂੰ ਇੱਕ ਬਹਾਨਾ ਹੈ ਕਿ ਵੇਖੋ ਜੀ ਅਖੰਡ ਪਾਠ ਤਾਂ ਰਖਾ ਰਹੇ ਹਾਂ ਕਿਉਂਕਿ ਲੜਕੇ ਦਾ ਵਿਆਹ ਹੈ, ਲੇਕਿਨ ਅੱਗੋਂ ਪਿੱਛੋਂ ਜੀ ਅਸੀਂ ਰਾਧਾ ਸੁਆਮੀ ਆ ਜੀ, ਅਸੀਂ ਨੂਰ ਮਹਿਲੀਏ ਆ ਜੀ, ਅਸੀਂ ਨਿਰੰਕਾਰੀਏ ਆ ਜੀ, ਅਸੀਂ ਸਰਸੇ ਵਾਲੇ ਆ, ਆਹ ਸਾਡੇ ਨਾਮ ਨੇ। ਅਸੀਂ ਸਿੰਘ ਆ, ਇਹ ਤਾਂ ਬਿਲਕੁਲ ਹੀ ਖਤਮ ਹੋ ਗਿਆ ਵੀ ਆਪਾਂ ਸਿੰਘ ਆ, ਕਿਉਂਕਿ ਛੱਪੜਾਂ ਨਾਲ ਜੁੜ ਗਏ। ਅਸੀਂ ਸਮੁੰਦਰ ਦਾ ਖਹਿੜਾ ਛੱਡ ਦਿੱਤਾ। ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਸਮੁੰਦਰਾਂ ਦੇ ਸ਼ਾਹ, ਸਮੁੰਦਰਾਂ ਦੇ ਪਾਤਸ਼ਾਹ, ਸੁਲਤਾਨ ਭਾਵ ਕਿ ਬਹੁਤ ਅਮੀਰ ਲੋਕ ਜਿਨ੍ਹਾਂ ਦੇ ਵੱਡੇ ਵੱਡੇ ਬਿਜ਼ਨਸ ਚੱਲਦੇ ਹੋਣ, ਸਮੁੰਦਰਾਂ ਦੇ ਰਸਤੇ ਤੇ ਵੀ ਬਿਜ਼ਨਸ ਚੱਲਦੇ ਹੋਣ, ਬਹੁਤ ਵੱਡੇ ਵੱਡੇ ਸ਼ਿਪ ਚੱਲਦੇ ਹੋਣ। ਗਿਰਹਾ ਸੇਤੀ ਮਾਲ ਧਨ, ਉਹਨਾਂ ਦੇ ਘਰ ਦੇ ਵਿੱਚ ਪਹਾੜ ਹੋਣ ਧਨ ਦੌਲਤ ਦੇ, ਪਹਾੜਾਂ ਜਿੰਨੀ ਧਨ ਦੌਲਤ ਹੋਵੇ, ਬਹੁਤ ਰਿਚ ਹੋਣ, ਬਹੁਤ ਅਮੀਰ ਹੋਣ, ਪਰ ਮਾਲਕ ਦੀ ਅਗਲੀ ਗੱਲ ਸੁਣਿਓ, ਕੀੜੀ ਤੁਲ ਨਾ ਹੋਵਣੀ ਜਿਤ ਸੁਮਣੋ ਨਾ ਵਿਸਰੇ। ਪਹਿਲਾਂ ਤਾਂ ਇਹ ਦੱਸ ਦਵਾਂ, ਕਹਿੰਦੇ ਨੇ ਜੇਕਰ ਉਹ ਇਨਸਾਨ ਰੱਬ ਤੋਂ ਦੂਰ ਹੋ ਗਏ ਨੇ ਨਾ, ਤੇ ਉਹ ਇਨਸਾਨ ਉਸ ਕੀੜੀ ਦੇ ਬਰਾਬਰ ਵੀ ਨਹੀਂ ਜਿਹੜੀ ਪ੍ਰਮਾਤਮਾ ਨੂੰ ਯਾਦ ਕਰਦੀ ਹੈ। ਤਾਂ ਮਤਲਬ ਹੈ ਕਿ ਗਰੀਬ ਨੂੰ ਕੀੜੀਆਂ ਹੀ ਸਮਝਿਆ ਜਾਂਦਾ, ਖੁਦ ਨੂੰ ਅਮੀਰ, ਬਾਕੀਆਂ ਨੂੰ ਕੀੜੇ ਮਕੌੜੇ। ਬਹੁਤ ਸਾਰੇ ਅਮੀਰ ਲੋਕ ਗਰੀਬਾਂ ਨੂੰ ਕੀੜੇ ਮਕੌੜੇ ਹੀ ਸਮਝਦੇ ਨੇ, ਕਿ ਜਿਨ੍ਹਾਂ ਨੂੰ ਤੁਸੀਂ ਕੀੜੇ ਮਕੌੜੇ ਸਮਝਦੇ ਹੋ, ਜੇਕਰ ਉਹਨਾਂ ਦੇ ਅੰਦਰ ਪ੍ਰਮਾਤਮਾ ਦਾ ਨਾਮ ਹੈ, ਕਿਸੇ ਗਰੀਬ ਦੇ ਅੰਦਰ ਜਿਹਦੇ ਕੋਲ ਤੁਹਾਡੀ ਜਿੰਨੀ ਧਨ ਦੌਲਤ ਨਹੀਂ, ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਉਹਦੇ ਬਰਾਬਰ ਤੱਕ ਵੀ ਨਹੀਂ ਹੈ, ਉਹਦੇ ਬਰਾਬਰ ਨਹੀਂ ਹੈ ਉਹ ਲੋਕ ਜਿਨ੍ਹਾਂ ਦੇ ਕੋਲ ਪਹਾੜਾਂ ਜਿੰਨੀ ਦੌਲਤ ਹੈ, ਬੜੇ ਰਿਚ ਨੇ, ਜਿਨ੍ਹਾਂ ਦੇ ਵੱਡੇ ਵੱਡੇ ਬਿਜ਼ਨਸ ਨੇ, ਪਰ ਜੇ ਉਹ ਰੱਬ ਨੂੰ ਭੁੱਲ ਬੈਠੇ ਨੇ ਤਾਂ ਉਸ ਗਰੀਬ ਨਿਮਾਣੇ ਸਿੱਖ ਦੇ ਬਰਾਬਰ ਵੀ ਨਹੀਂ ਨੇ। ਉਹ ਯਾਦ ਰੱਖਿਓ, ਇਹੀ ਗੱਲ ਗੁਰੂ ਨਾਨਕ ਸਾਹਿਬ ਨੇ ਮਲਕ ਭਾਗੋ ਨੂੰ ਕਹੀ ਸੀ, ਮਲਕ ਭਾਗੋ ਤੂੰ ਭਾਈ ਲਾਲੋ ਦੇ ਪੈਰਾਂ ਵਰਗਾ ਵੀ ਨਹੀਂ, ਕਿਉਂਕਿ ਉਹ ਆਪਣੀ ਕਿਰਤਕਾਰ ਹਲਾਲ ਦੀ ਕਰਦੇ ਨੇ ਤੇ ਤੂੰ ਹਰਾਮ ਦੀ ਖਾਨਾ ਹੈ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਾਬਰ ਨੂੰ ਵੀ ਇਹੀ ਗੱਲ ਕਹੀ ਸੀ, ਬਾਬਰ ਤੂੰ ਜ਼ੁਲਮ ਕਰ ਰਿਹਾ ਹੈ ਤੇ ਤੇਰੇ ਵਰਗਾ ਜ਼ੁਲਮੀ ਬੰਦਾ ਅੱਲਾ ਖੁਦਾ ਦੇ ਘਰ ਦੇ ਵਿੱਚ ਕਦੇ ਵੀ ਪ੍ਰਵਾਨ ਨਹੀਂ ਹੋ ਸਕਦਾ। ਹੁਣ ਤੁਸੀਂ ਸੋਚੋ ਗੁਰਮੁਖੋ ਕਿ ਅਸੀਂ ਜੁੜਨਾ ਕਿਹਦੇ ਨਾਲ? ਛੱਪੜਾਂ ਨਾਲ ਕਿ ਸਮੁੰਦਰ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਨਾਲ। ਆਓ ਉਸ ਗੁਰੂ ਨਾਲ ਜੁੜੀਏ ਜਿਨੇ ਸਾਨੂੰ ਬੜਾ ਮਾਣ ਦਿੱਤਾ, ਸਤਿਕਾਰ ਦਿੱਤਾ, ਸਾਨੂੰ ਸਿਰ ਉੱਚਾ ਕਰਕੇ ਜਿਉਣਾ ਸਿਖਾਇਆ, ਉਹਦੇ ਨਾਮ ਤੇ
ਬਣੀਆਂ ਦੁਕਾਨਾਂ ਨੂੰ ਛੱਡ ਦਿਓ, ਉਹਦੇ ਨਾਮ ਤੇ ਹੋ ਰਹੇ ਬਿਜ਼ਨਸ ਨੂੰ ਛੱਡ ਦਿਓ, ਡਾਇਰੈਕਟ ਆਪਣੇ ਸਤਿਗੁਰੂ ਨਾਲ ਜੁੜੋ ਤੇ ਆਪਣਾ ਜੀਵਨ ਸਫਲ ਬਣਾਓ। ਇਤਨੀਆਂ ਬੇਨਤੀਆਂ ਸਵੀਕਾਰ ਕਰਿਆ ਜੇ। ਭੁੱਲ ਚੁੱਕ ਦੀ ਖਿਮਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।